ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ ਤੇ ਮੈਂ ਤੁਹਾਡਾ ਨਾਲ ਰਮਨ ਬਾਜਵਾ। ਦਰਸ਼ਕੋ, ਤੁਸੀਂ ਹਰ ਰੋਜ਼ ਇਹ ਪ੍ਰੋਗਰਾਮ ਦੇਖਦੇ ਹੋ ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੇਸ਼ ਦੁਨੀਆ ਵਿੱਚ ਜੋ ਵਾਪਰ ਰਿਹਾ ਉਸ ਖਬਰ ਦੇ ਪਿੱਛੇ ਅਸਲਤਾ ਤੇ ਸਹੀ ਜਾਣਕਾਰੀ ਕੀ ਹੈ। ਤੇ ਇਹਨਾਂ ਖਬਰਾਂ ਤੇ ਵਿਸਤਾਰਪੂਰਵਕ ਜਾਣਕਾਰੀ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਜੁੜ ਚੁੱਕੇ ਨੇ ਤੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ ਰੋਮਨ ਜੀ। ਪ੍ਰੋਫੈਸਰ ਸਾਹਿਬ, ਕੱਲ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ। ਲਗਾਤਾਰ 9 ਮੀਟਿੰਗਾਂ ਬੇਸਿੱਟਾ ਤੇ ਇਸ ਵਾਰ ਦੀ ਮੀਟਿੰਗ ਵਿੱਚ ਛੋਟੀ ਕਮੇਟੀ ਬਣਾਉਣ ਦੀ ਤਸਵੀਰ ਪੇਸ਼ ਕੀਤੀ ਗਈ ਹੈ ਸਰਕਾਰ ਵੱਲੋਂ, ਜੋ ਕਿ ਕਿਸਾਨਾਂ ਨੂੰ ਨਾ ਮਨਜ਼ੂਰ ਹੈ। ਤੇ ਕਿਸਾਨਾਂ ਵੱਲੋਂ ਦੋ ਟੁਕ ਜਵਾਬ ਸਰਕਾਰ ਨੂੰ ਕਿ ਅਗਲੀ ਮੀਟਿੰਗ ਵਿੱਚ ਤਾਂ ਹੀ ਬੁਲਾਇਆ ਜਾਏ ਜੇਕਰ ਮਸਲੇ ਦਾ ਕੋਈ ਹੱਲ ਕੱਢਣਾ ਹੈ। ਅਗਲੀ ਮੀਟਿੰਗ ਹੁਣ 19 ਜਨਵਰੀ ਨੂੰ ਬੁਲਾਈ ਗਈ ਹੈ। ਇਸ ਤੋਂ ਇਲਾਵਾ ਕੱਲ ਦੀ ਮੀਟਿੰਗ ਵਿੱਚ MSP ਤੇ ਕਾਨੂੰਨ ਬਣਾਉਣ ਦੀ ਪੇਸ਼ਕਸ਼ ਕੀਤੀ ਗਈ। ਸਰਕਾਰ ਇਸ ਨੂੰ ਨਾ ਮਨਜ਼ੂਰ ਕਰ ਰਹੀ ਹੈ। ਸਰਕਾਰ ਸੋਧ ਕਰਨ ਨੂੰ ਤਿਆਰ ਹੈ ਪਰ ਖਾਰਿਜ ਕਰਨ ਨੂੰ ਨਹੀਂ। ਇਸ ਤੋਂ ਇਲਾਵਾ ਟਰਾਂਸਪੋਰਟਰਾਂ ਤੇ NIA ਵੱਲੋਂ ਜਿਸ ਤਰ੍ਹਾਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਇਸ ਦਾ ਵੀ ਜ਼ਬਰਦਸਤ ਤਰੀਕੇ ਨਾਲ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ। ਕੀ ਕਹਿਣਾ ਚਾਹੋਗੇ ਕੱਲ ਦੀ ਮੀਟਿੰਗ ਬਾਰੇ? ਹਾਂ ਬਿਲਕੁਲ, ਤੁਸੀਂ ਬਹੁਤ ਸਾਰੇ ਜਿਹੜੇ ਬਿੰਦੂ ਹੈ ਬੜੇ ਇੰਪੋਰਟੈਂਟ ਆ ਉਹਨਾਂ ਨੂੰ ਟੱਚ ਕੀਤਾ ਆ ਰੋਮਨ। ਮੀਟਿੰਗਾਂ ਤੋਂ ਬਗੈਰ ਗੁਜ਼ਾਰਾ ਵੀ ਕੋਈ ਨਹੀਂ ਹੈ। ਆਫਟਰ ਆਲ ਵੱਡੀ ਤੋਂ ਵੱਡੀ ਦੁਨੀਆ ਦੀ ਜੰਗ ਵੀ ਜਿਹੜੀ ਹੈ ਉਹ ਟੇਬਲ ਟਾਕਸ ਤੇ ਆ ਕੇ ਖਤਮ ਹੁੰਦੀ ਹੈ ਤੇ ਇਹ ਵੀ ਇਸੇ ਤਰ੍ਹਾਂ ਹੀ ਖਤਮ ਹੋਊਗੀ। ਪਰ ਪਤਾ ਨਹੀਂ ਕਿਸ ਗੱਲ ਦੀ ਇੰਤਜ਼ਾਰ ਕਰ ਰਹੇ ਆ। ਸਾਨੂੰ ਤੇ ਹੌਲੀ ਹੌਲੀ ਥੋੜਾ ਸ਼ੰਕਾ ਹੋਣ ਲੱਗ ਜਾਂਦਾ ਕਈ ਵਾਰੀ ਕਿ ਇਹ ਨਾ ਹੋਵੇ ਕਿ ਮੋਦੀ ਜੀ ਨੂੰ ਹਟਾਉਣ ਲਈ ਹੀ ਇਹ ਸਾਰਾ ਕੁਝ ਕੀਤਾ ਜਾਏ, ਕਿ ਇੰਨਾ ਜ਼ਿਆਦਾ ਲਮਕ ਜਾਏ ਕਿ ਲੋਕ ਇੰਨਾ ਮੋਦੀ ਜੀ ਦੇ ਵਿਰੋਧ ਵਿੱਚ ਖੜੇ ਹੋ ਜਾਣ ਤੇ ਫਿਰ ਉਹਨਾਂ ਦੇ ਜਿਹੜੇ ਥੱਲੇ ਸਮਾਜਿਕ ਆਧਾਰ ਦੀ RSS ਆ ਜਾਂ ਪਾਰਟੀ ਦੇ ਅੰਦਰ ਵਿਰੋਧੀ ਹੈਗੇ ਆ, ਉਹ ਇਹ ਗੱਲ ਕਹਿਣ ਲੱਗ ਜਾਣ ਕਿ ਦੇਖੋ ਜੀ ਛੱਡੋ ਪਰਾਂ, ਹੁਣ ਕੋਈ ਨਵਾਂ ਲੀਡਰ ਲੈ ਆਓ, ਇਹਨਾਂ ਕੋਲ ਤੇ ਚੱਲਦਾ ਨਹੀਂ ਕੋਈ ਇਹੋ ਜਿਹੀ ਸਕੀਮ ਵੀ। ਕਿਉਂਕਿ ਹੋਰ ਤੁਹਾਨੂੰ ਕੀ ਗੱਲ ਲੱਗਦੀ ਹੈ ਕਿ ਏਡੀ ਵੱਡੀ ਗੱਲ ਤੇ ਕੋਈ ਹੈ ਨਹੀਂ ਕਿ ਕਾਨੂੰਨ ਜਿਹੜੇ ਆ ਉਹ ਵਾਪਸ ਕਰਨ ਦਾ ਮਤਲਬ ਇਹ ਥੋੜ੍ਹੀ ਹੈ ਕਿ ਮੁੜ ਕੇ ਕਦੀ ਕਾਨੂੰਨ ਕੋਈ ਨਵਾਂ ਬਣਨਾ ਹੀ ਨਹੀਂ। ਇਹ ਤੋਂ ਬਾਅਦ ਇਹ ਕਾਨੂੰਨ ਵਾਪਸ ਹੋ ਗਏ ਤੇ ਪਾਰਲੀਮੈਂਟ ਨੂੰ ਜਿੰਦਰਾ ਲਾ ਕੇ ਘਰੋਂ ਘਰੀ ਚਲੇ ਜਾਣਾ ਲੋਕਾਂ ਨੇ। ਇਹ ਥੋੜ੍ਹੀ ਗੱਲ ਹੈਗੀ। ਕਾਨੂੰਨ ਰੋਜ਼ ਬਣਦੇ ਆ, ਰੋਜ਼ ਖਤਮ ਹੁੰਦੇ, ਰੋਜ਼ ਅਮੈਂਡ ਹੁੰਦੇ ਆ। ਇਸ ਨੂੰ ਐਡਾ ਵੱਡਾ ਪ੍ਰੈਸਟੀਜ ਇਸ਼ੂ ਬਣਾਉਣਾ ਇਹ ਰਾਦਰ ਸਗੋਂ ਹੋਰ ਸ਼ੰਕਾ ਖੜਾ ਕਰਦਾ ਆ ਕਿ ਕਿਤੇ ਜ਼ਿਆਦਾ ਹੀ ਕੋਈ ਵੱਡੀ ਸਟੇਕਸ ਹੈਗੀਆਂ ਸਰਕਾਰ ਦੀਆਂ, ਜਿਸ ਕਰਕੇ ਪ੍ਰੈਸਟੀਜ ਕੁਛ ਨਹੀਂ ਹੁੰਦੀ। ਪੋਲੀਟੀਕਲ ਬੰਦਿਆਂ ਦੀਆਂ ਦੋ ਪਈਆਂ ਵਿਸਰ ਗਈਆਂ, ਕੁਛ ਨਹੀਂ ਉਹਨਾਂ ਨੂੰ। ਉਹਨਾਂ ਦੇ ਰੋਜ਼ ਮੂੰਹ ਤੇ ਸ਼ਾਹੀ ਸੁੱਟਦੇ ਆ, ਰੋਜ਼ ਲੋਕ ਛਿੱਤਰ ਮਾਰ ਮਾਰ ਕੇ ਚਲਾਉਂਦੇ ਆ, ਉਹਨਾਂ ਦੇ ਰੋਜ਼ ਗਾਲਾਂ ਕੱਢਦੇ ਆ, ਰੋਜ਼ ਕਹਿੰਦੇ ਆ ਕਿ ਤੁਸੀਂ ਝੂਠ ਦੇ ਪਲੰਦੇ ਆ। ਕਿੰਨੀਆਂ ਗੱਲਾਂ ਲੋਕ ਉਹਨਾਂ ਨੂੰ ਕਹਿੰਦੇ ਆ, ਕਿਤੇ ਉਹ ਘਰੀ ਥੋੜ੍ਹੀ ਬੈਠਦੇ ਆ। ਉਹ ਤੇ ਸਗੋਂ ਖੁਸ਼ ਹੁੰਦੇ ਕਿ ਚਲੋ ਖਬਰ ਆਈ, ਕਿਹੋ ਜਿਹੀ ਹੋਈ। ਬਦਨਾਮ ਹੋਏ ਤਾਂ ਕਿਆ ਨਾਮ ਨਹੀਂ ਹੁਆ, ਜੋ ਉਹ ਗੱਲ ਦੇ ਉੱਤੇ ਕਿ ਚੱਲ ਜੇ ਖਬਰ ਭਾਵੇਂ ਨੈਗੇਟਿਵ ਆਈ ਆ ਪਰ ਨਾਂ ਤੇ ਆ ਹੀ ਗਿਆ ਨਾ, ਮਤਲਬ ਚਰਚਾ 'ਚ ਤੇ ਆ ਹੀ ਗਏ। ਇਸ ਕਿਸਮ ਦਾ ਉਹਨਾਂ ਦਾ ਐਟੀਟਿਊਡ ਹੁੰਦਾ ਆ। ਇਹ ਪੋਲੀਟੀਸ਼ੀਅਨ ਹੁਣ ਮੈਨੂੰ ਸਮਝ ਨਹੀਂ ਆਉਂਦੀ ਕੀ ਹੋਰ ਕਿੱਥੇ ਤੱਕ ਜਾਣਗੇ। ਇੰਨੀ ਹੋਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਟਸ ਤੋਂ ਮਸ ਹੋ ਨਹੀਂ ਰਹੇ। ਕੋਈ ਇਹਦੇ 'ਚ ਵੱਡੀ ਸਕੀਮ ਇਹਦੇ ਪਿੱਛੇ ਜ਼ਰੂਰ ਹੈਗੀ ਹੈ ਜਿਹੜੀ ਜੇ ਸੌਖਾ ਸਿਰਫ ਕਾਨੂੰਨਾਂ ਦਾ ਹੀ ਕੰਮ ਹੁੰਦਾ, ਪਾਸ ਹੋ ਗਿਆ ਤੇ ਉਹ ਹੁਣ ਤੱਕ ਵਾਪਸ ਹੋ ਜਾਣਾ। ਕੁਛ ਕੁ ਉਹਦੇ 'ਚ ਮੈਨੂੰ ਇਹ ਵੱਡੀ ਸਕੀਮ ਦਾ ਹਿੱਸਾ ਜਿਹੜਾ ਤੁਸੀਂ ਦੇਖਿਆ ਹੋਊਗਾ ਕਿ IMF ਜਿਹੜਾ ਇੰਟਰਨੈਸ਼ਨਲ ਮੋਨੀਟਰੀ ਫੰਡ, ਕੱਲ ਉਹਨਾਂ ਦੇ ਜਿਹੜਾ ਸਪੋਕਸਮੈਨ ਆ ਉਹਨਾਂ ਨੇ ਬਿਆਨ ਦਿੱਤਾ ਆ ਕਿ ਕਾਨੂੰਨ ਠੀਕ ਆ। ਅਸੀਂ ਤੁਹਾਨੂੰ ਪਤਾ ਕਿ ਬਹੁਤ ਦੇਰ ਦੀ ਇਹ ਗੱਲ ਕਹਿ ਰਹੇ ਸੀ ਕਿ ਇਹ ਇੰਟਰਨੈਸ਼ਨਲ ਜਿਹੜਾ ਅੰਤਰਰਾਸ਼ਟਰੀ ਮੁਦਰਾ ਕੋਸ਼ ਫੰਡ ਜਿਹੜਾ ਆ ਉਸ ਦੇ ਵੱਲੋਂ ਇਸ ਕਿਸਮ ਦੇ ਦਬਾਅ ਹੈਗੇ ਆ, ਵਰਲਡ ਬੈਂਕ ਵੱਲੋਂ ਵੀ ਦਬਾਅ ਹੈਗੇ ਆ ਕਿ ਤੁਸੀਂ ਆਪਣੇ ਦੇਸ਼ ਦੀ ਵਿਵਸਥਾ ਨੂੰ ਬਦਲੋ। ਇੱਥੇ ਤੇ ਤੁਸੀਂ ਪਬਲਿਕ ਸੈਕਟਰ ਲੋਕ ਭਲਾਈ ਦੀਆਂ ਗੱਲਾਂ ਕਰਦੇ ਰਹਿੰਦੇ ਆ। ਅਸੀਂ ਜੇ ਤੁਸੀਂ ਲੋਕ ਭਲਾਈ ਇਸ ਤਰ੍ਹਾਂ ਕਰਦੇ ਰਹੇ, ਲੋਕਾਂ ਨੂੰ ਤਕੜੇ ਰੱਖੋਗੇ ਤੇ ਸਾਡੀ ਮਾਰਕੀਟ ਇੱਥੇ ਨਹੀਂ ਬਣਨੀ। ਜੇ ਤੁਹਾਡੀ ਖੇਤੀ ਕਮਜ਼ੋਰ ਹੋਊਗੀ, ਤੁਸੀਂ ਕਮਜ਼ੋਰ ਹੋਵੋਗੇ ਤੇ ਸਾਡੇ ਫੰਡ ਲੋਨ ਲਓਗੇ, ਸਾਨੂੰ ਕੋਈ 4 ਪੈਸੇ ਬਚਣਗੇ। ਦੂਸਰਾ, ਬਾਹਰਲੇ ਦੇਸ਼ਾਂ ਦਾ ਅਨਾਜ ਹੋਰ ਭੰਡਾਰ ਇੱਥੇ ਵਿਕਣਾ ਸ਼ੁਰੂ ਹੋਊਗਾ। ਉਹਨਾਂ ਦੀ ਸਕੀਮ ਇਹ ਹੈ। ਇਹਨਾਂ ਨੇ ਹੁਣ ਕੀ ਕਹਿ ਕੇ ਉਹਨਾਂ ਨੂੰ ਦੇਸ਼ ਭਗਤ, ਆਪਣੇ ਆਪ ਨੂੰ ਸਭ ਤੋਂ ਵੱਧ ਦੇਸ਼ ਭਗਤ ਪਾਰਟੀ ਕਹਿੰਦੀ ਆ ਹੁਣ ਵਾਲੀ BJP, ਕੀ ਸੋਚ ਕੇ ਉਹਨਾਂ ਦੇ ਪਿੱਛੇ ਲੱਗੇ ਆ ਕਿ ਆਪਣੇ ਕਿਸਾਨਾਂ ਦੀ ਤਾਂ ਸੁਣਨ ਲਈ ਤਿਆਰ ਨਹੀਂ। IMF ਨੇ ਜਿਹੜੀ ਗੱਲ ਕਹਿਤੀ, ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ, ਜਾਂ ਉਹਨਾਂ ਵੱਲੋਂ ਅੰਦਰੋਂ ਅੰਦਰੀ ਜੋ ਵੀ ਦਬਾਅ ਪਾਏ ਜਾ ਰਹੇ ਆ ਉਹਦੇ ਸਾਹਮਣੇ ਝੁਕੇ ਫਿਰਦੇ। ਦੂਜੇ ਪਾਸੇ ਜਿਹੜੇ ਇਹਨਾਂ ਦੇ 2 ਦੇਵਤੇ ਹੈਗੇ, ਨਵੇਂ ਦੇਵਤੇ, ਜਿਨ੍ਹਾਂ ਦੇ ਹੁਣ ਜਗ੍ਹਾ ਜਗ੍ਹਾ ਮੰਦਿਰ ਬਣਾ ਕੇ ਪੂਜਾ ਕਰਿਆ ਕਰਨਗੇ, ਉਹ ਹੈਗੇ ਅਡਾਨੀ ਤੇ ਅੰਬਾਨੀ।
ਤੇ ਉਹਨਾਂ ਦੇ ਪਿੱਛੇ ਵੀ ਇਹ ਬਹੁਤ ਆਪਣੀ ਕੋਈ ਵੀ ਚੀਜ਼ ਦੀ ਕੁਰਬਾਨੀ ਕਰਨ ਲਈ ਤਿਆਰ ਹੈਗੇ। ਔਰ ਕੱਲ ਦੀਆਂ ਜਿਹੜੇ ਇੰਕਸ਼ਾਫ ਆਇਆ ਉਹ ਤੇ ਇਉਂ ਲੱਗਦਾ ਵਾਕਿਆ ਹੀ, ਪਹਿਲਾਂ ਤੇ ਸਾਨੂੰ ਲੱਗਦਾ ਸੀ ਕਿ ਥੋੜੀ ਬਹੁਤ ਲੋਕ ਪ੍ਰਾਪੇਗੰਡਾ ਕਰਦੇ ਆ, ਪੋਲੀਟਿਕਸ ਆ, ਹੁਣ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੂਰਾ ਹੋਲਸੇਲ ਕੰਟਰੀ ਜਿਹੜਾ ਇਹਨਾਂ ਦੇ ਹੱਥ ਦੇਸ਼ ਨੂੰ ਵੇਚ ਕੇ ਇਹਨਾਂ ਨੂੰ ਪ੍ਰਾਈਵੇਟਲੀ ਇਹਨਾਂ ਦੇ ਹੱਥਾਂ 'ਚ ਜਿਸ ਤਰ੍ਹਾਂ ਉਹਨਾਂ ਦੀ ਪ੍ਰਾਈਵੇਟ ਜਾਇਦਾਦ ਕੰਟਰੀ ਦੀ ਬਣਾਉਣਾ ਚਾਹੁੰਦੇ ਆ। ਤੇ ਫਿਰ ਤੁਸੀਂ ਪਰਾਂ ਹੋ ਜਾਓ, ਫਿਰ ਉਹਨਾਂ ਦੇ ਜੇ ਅਸੀਂ ਉਹਨਾਂ ਦੇ ਹੀ ਹੱਥ 'ਚ ਕੰਮ ਕਰਨਾ ਤੇ ਤੁਸੀਂ ਘਰੇ ਬੈਠ ਜਾਓ, ਅਸੀਂ ਉਹਨਾਂ ਨਾਲ ਗੱਲ ਸਿੱਧੀ ਕਰ ਲਾਂਗੇ, ਅਡਾਨੀ ਅੰਬਾਨੀ ਨਾਲ ਕਰ ਲਾਂਗੇ, ਉਹਨਾਂ ਨੂੰ प्रोफेसर साहब ਵੀ इस देख लांगे। दौरान किसान आगुओं ने ये भी इल्जाम लगाया कि सरकार फूड डालो राज करो दी नीति ते चल रही है ਤੇ ਅੰਦਰੋਂ ਅੰਦਰ ਜਥੇਬੰਦੀਆਂ ਬਣਾ ਕੇ ਪਿੰਡਾਂ ਵਿੱਚ ਭੇਜੀਆਂ ਜਾ ਰਹੀਆਂ ਨੇ। ਬਿਲਕੁਲ ਤੁਸੀਂ ਜਿਹੜੀ ਦੂਸਰੀ ਵੀ ਗੱਲ ਕਹੀ ਹੈ, ਦੋਵੇਂ ਗੱਲਾਂ ਬੜੀਆਂ ਇੰਪੋਰਟੈਂਟ। ਇੱਕ ਤੇ ਇਹ ਕਿ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਜਿਹੜੇ 900 ਬੰਦਿਆਂ ਤੇ ਕੇਸ ਬਣਾਏ ਆ ਕੈਮਲਾ ਪਿੰਡ ਦੇ ਵਿੱਚ ਜਿੱਥੇ ਖੱਟਰ ਨੇ ਜਾਣਾ ਸੀਗਾ, ਹੋਰ ਉਧਰ ਯੂਪੀ 'ਚ ਵੀ ਕੇਸ 1,500 ਲੋਕਾਂ ਦੇ ਬਣਾਏ, ਵੀ ਉਹ ਕੇਸ ਵਾਪਸ ਲਓ। ਦੂਸਰਾ ਇਹ ਤੰਗ ਕਰ ਰਹੇ ਆ ਜਿਹੜੇ ਰੋਮਨ, ਹੁਣ ਇਹ ਨਵਾਂ NIA ਦਾ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ, ਕੁਛ ਉਹ ਟਰਾਂਸਪੋਰਟਰਾਂ ਨੂੰ। ਕੱਲ ਸਰਸਾ ਨੂੰ ਵੀ ਜਿਹੜਾ ਸਰਸਾ ਤੁਹਾਨੂੰ ਬਲਦੇਵ ਸਿੰਘ ਸਰਸਾ ਜਿਹੜੇ ਅੰਮ੍ਰਿਤਸਰ ਵੱਲੋਂ ਆਪਣੀ ਯੂਨੀਅਨ ਦੇ ਉੱਥੇ ਲਗਾਤਾਰ ਤੁਹਾਨੂੰ ਤੁਹਾਡੇ ਮਨ ਵਿੱਚ ਉਹਨਾਂ ਦਾ ਇਮੇਜ ਵੀ ਆ ਗਿਆ ਹੋਣਾ, ਕਿਉਂਕਿ ਉਹ ਇੰਟਰਵਿਊਆਂ ਤੇ ਟੀਵੀਆਂ ਤੇ ਆਉਂਦੇ ਰਹਿੰਦੇ ਆ। ਉਹਨਾਂ ਨੂੰ ਵੀ ਉਹਨਾਂ ਨੇ NIA ਨੇ ਪੁੱਛਤਾਛ ਕੀਤੀ। ਇਹਦਾ ਮਤਲਬ ਇਹੀ ਹੈ, ਤੁਸੀਂ ਜਿਹੜੀ ਗੱਲ ਕਹਿੰਦੇ ਆ ਕਿ ਹੁਣ ਜਿਹੜੀਆਂ ਏਜੰਸੀਆਂ, ਉਹ ਕੋਈ ਵੀ ਬੰਦਾ ਭਾਵੇਂ ਪੱਤਰ ਪ੍ਰੇਰਕ ਆ ਬਲਤੇਜ ਪੰਨੂ ਪਟਿਆਲੇ ਦਾ, ਉਹਨੂੰ ਨੋਟਿਸ ਭੇਜਿਆ, ਹੋਰਨਾਂ ਨੂੰ ਵੀ ਨੋਟਿਸ ਭੇਜੇ ਜਾ ਰਹੇ ਆ। ਔਰ ਹੁਣ ਉਹਨਾਂ ਨੇ ਇੱਕ ਪਾਸੇ ਨੈਗੋਸੀਏਸ਼ਨ, ਦੂਜੇ ਪਾਸੇ ਜਿਹੜਾ ਤੰਗ ਕਰਨਾ ਸ਼ੁਰੂ ਕਰਤਾ ਕਿ ਤੁਸੀਂ ਜੇ ਬਾਹਰੋਂ ਤੁਹਾਨੂੰ ਪੈਸੇ ਆ ਰਹੇ ਆ, ਤੁਸੀਂ 6 ਫਾਰ ਜਸਟਿਸ ਜਿਹੜਾ ਪੰਨੂ ਜਿਹੜਾ ਗੁਰਪਤਵੰਤ ਪੰਨੂ ਉੱਥੋਂ ਉਹਦੇ ਨਾਲ ਤੁਸੀਂ ਕੋਈ ਤਾਲਮੇਲ ਆ ਤੁਹਾਡਾ, ਇਸ ਕਿਸਮ ਦੀਆਂ ਗੱਲਾਂ ਦਾ ਇਨਵੈਸਟੀਗੇਸ਼ਨ ਸਾਰੀ ਕਰਦੇ ਆ ਕਿ ਇਹਨਾਂ ਦੇ ਅੰਦਰ ਜੀ ਕੁਛ ਇਹੋ ਜਿਹੇ ਲੋਕ ਕੁਛ ਆਏ ਆ ਜਿਹੜੇ ਅਸੀਂ ਦੂਰਬੀਨ ਲਾ ਕੇ ਦੇਖ ਲਏ ਆ ਤੇ ਹੁਣ ਅਸੀਂ ਖੁਰਦਬੀਨ ਲਾ ਕੇ ਉਹਨਾਂ ਨੂੰ ਫੜ ਲੈਣਾ, ਮਤਲਬ ਛਾਨਣੇ ਲਾਤੇ ਆ। ਇਹ NIA ਨੂੰ ਕੰਮ ਦੇ ਦਿੱਤਾ। ਇਹ ਇੱਕ ਤੇ ਅਟੈਂਸ਼ਨ ਡਾਈਵਰਟ ਕਰਨ ਲਈ ਆ, ਲੋਕਾਂ 'ਚ ਥੋੜਾ ਜਿਹਾ ਭਰਮ ਪੈਦਾ ਕਰਨ ਲਈ ਆ, ਤੀਜਾ ਤੰਗ ਕਰਨ ਲਈ ਆ, ਡਰਾਉਣ ਧਮਕਾਉਣ ਲਈ। ਇਹ ਕੰਮ ਬੰਦ ਹੋਣੇ ਚਾਹੀਦੇ, ਇਹ ਡਰਨ ਵਾਲਾ ਨਹੀਂ ਹੈ। ਜਦੋਂ ਇੱਥੇ ਚਲੇ ਗਏ ਇਸ ਪੱਧਰ ਤੇ ਜਦੋਂ ਮੂਵਮੈਂਟ ਚਲੇ ਜੇ, ਉਹਨੂੰ ਸਮਝਣ ਦੀ ਲੋੜ ਹੁੰਦੀ ਆ, ਨਾ ਕਿ ਤੁਸੀਂ ਇਹੋ ਜਿਹੇ ਟੈਕਟਿਕਸ ਅੱਜ ਦੀ ਤਰੀਕ 'ਚ ਜੇ ਵਰਤੋਗੇ ਤੇ ਉਹਦੇ 'ਚੋਂ ਕੁਛ ਬਹੁਤਾ ਨਿਕਲਣਾ ਨਹੀਂ ਹੈ। ਚੰਗੀ ਗੱਲ ਇਹ ਹੋਈ ਆ ਕੱਲ ਦੀ ਮੀਟਿੰਗ ਤੋਂ ਬਾਅਦ ਕਿ ਸਾਡੇ ਲੀਡਰ ਉਦਾਸ ਨਹੀਂ ਹੋਏ, ਫਰਸਟ੍ਰੇਟ ਨਹੀਂ ਹੋਏ। ਉਹਨਾਂ ਕਿਹਾ ਕਿ ਅਸੀਂ ਅਗਲੀ ਮੀਟਿੰਗ ਵਿੱਚ ਵੀ ਆਵਾਂਗੇ। ਔਰ ਕੁਛ ਲੀਡਰਾਂ ਦੀਆਂ ਇਸ ਇੰਟਰਵਿਊ 'ਚੋਂ ਇਹ ਵੀ ਲੱਗਾ ਕਿ ਸਾਨੂੰ ਪਹਿਲਾਂ ਨਾਲੋਂ ਹੁਣ ਜ਼ਿਆਦਾ ਉਮੀਦ ਬਣੀ ਹੈ ਕਿ ਕੁਛ ਨਾ ਕੁਛ ਹੱਲ ਨਿਕਲੂਗਾ। ਇਸ ਗੱਲ ਤੇ ਵੀ ਗੱਲ ਚੱਲੀ ਕਿ MSP ਘੱਟੋ ਘੱਟ ਗਰੰਟੀ ਕਰਤੀ ਜਾਏ। ਇਹ ਵੀ ਚਰਚਾ ਚੱਲੀ ਕਿ ਜੇ MSP ਦੀ ਪੂਰੀ ਗਰੰਟੀ ਹੋ ਜਾਏ ਤਾਂ ਫਿਰ ਕੀ ਬਾਕੀ ਬਿੱਲਾਂ ਨੂੰ ਵਾਪਸ ਨਾ ਕਰਾਉਣ ਦੀ, ਉਹਨਾਂ 'ਚ ਤਰਮੀਮਾਂ ਕਰ ਲਓ ਜਾਂ ਵਾਪਸ ਨੂੰ ਰਿਪੀਲ ਕਰਾਉਣ ਦੀ ਤਾਂ ਨਹੀਂ ਮੰਗ ਰਹੂਗੀ। ਇਹ ਵੀ ਚਰਚਾਵਾਂ ਚੱਲੀਆਂ। 5 ਘੰਟੇ ਦੀ ਮੀਟਿੰਗ ਸੀ, ਕਾਫੀ ਲੰਬੀ ਸੀ। ਮੇਰਾ ਖਿਆਲ ਇੱਕ ਗੱਲ ਤੇ ਕਰਵਾਉਣੀ ਬਹੁਤ ਜ਼ਰੂਰੀ, ਅਹਿਮ ਜ਼ਰੂਰੀ ਹੈ, ਜਿਹੜੀ ਬਿੱਲਾਂ ਤਿੰਨਾਂ ਨੂੰ ਵਾਪਸ ਕਰਾਉਣ ਜਿੰਨੀ ਹੀ ਜ਼ਰੂਰੀ ਉਹ ਇਹ ਕਿ MSP ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ, ਉਸ ਨੂੰ ਸਵਾਮੀਨਾਥਨ ਵਾਲੀ C2 ਕਾਸਟ ਦੇ ਉੱਤੇ ਕੈਲਕੂਲੇਟ ਕੀਤਾ ਜਾਏ। ਔਰ ਉਹ ਜਿਹੜਾ ਸੰਵਿਧਾਨਿਕ ਅਧਿਕਾਰ, ਜਿਵੇਂ ਮਿਨੀਮਮ ਵੇਜ ਦਾ, ਨਿਊਨਤਮ ਵੇਜ ਉਜਰਤ ਦਾ ਅਧਿਕਾਰ ਇੱਕ ਮਜ਼ਦੂਰ ਨੂੰ ਹੈਗਾ ਦੇਸ਼ ਦੇ ਅੰਦਰ, ਭਾਵੇਂ ਉਹ ਡੇਲੀ ਵੇਜਰ ਹੋਵੇ, ਭਾਵੇਂ ਉਹ ਮਹੀਨੇ ਤੇ ਕੰਮ ਕਰਦਾ ਹੋਵੇ, ਉਸੇ ਤਰੀਕੇ ਨਾਲ ਕਿਸਾਨ ਵੀ ਮਜ਼ਦੂਰਾਂ ਵਾਲੀ ਉਹਨਾਂ ਦੀ ਹਾਲਤ ਬਣੀ ਆ। ਜਿਹੜੇ ਖਾਸ ਕਰਕੇ 80-90% ਕਿਸਾਨ ਛੋਟੇ ਤੇ ਜਿਹੜੇ 5 ਏਕੜ ਤੋਂ ਥੱਲੇ ਵਾਲੇ ਆ, ਉਹ ਵੱਡੀ ਗਿਣਤੀ 'ਚ ਹੋਈ ਹੈ, ਉਹਨਾਂ ਨੂੰ ਵੀ ਮਜ਼ਦੂਰਾਂ ਵਾਲੀ ਉਹਨਾਂ ਦੀ ਹਾਲਤ ਹੈ। ਤੇ ਉਸੇ ਤਰ੍ਹਾਂ ਜੇ ਪ੍ਰੋਟੈਕਸ਼ਨ ਨਹੀਂ ਮਿਲਦੀ, ਇਹ ਗੱਲ ਤੇ IMF ਨੇ ਵੀ ਕਹਿਤੀ, ਉਹਨਾਂ ਦੇ ਸਪੋਕਸਮੈਨ ਨੇ ਕਹਿਤੀ ਹੈ। ਉਹਨੇ ਇਸ ਗੱਲ ਦਾ ਵਰਣਨ ਕੀਤਾ ਕਿ ਭਾਵੇਂ ਅਸੀਂ ਕਾਨੂੰਨਾਂ ਦੀ ਤੇ ਪ੍ਰੋੜਤਾ ਕਰਦੇ ਹਾਂ, ਸਪੋਰਟ ਕਰਦੇ ਹਾਂ, ਪਰ ਤੁਸੀਂ ਉਹਨਾਂ ਦਾ ਸੋਸ਼ਲ ਸੇਫਟੀ ਨੈਟ ਸ਼ਬਦ ਬੜੇ ਗਜਬ ਦੇ ਹੁੰਦੇ ਆ ਕਿ ਜਾਣੀ ਉਹਨਾਂ ਦੀ ਸਮਾਜਿਕ ਸੁਰੱਖਿਆ ਦਾ ਪ੍ਰਬੰਧ ਜ਼ਰੂਰ ਕਰੋ। ਤੇ ਇਸ ਲਈ ਇਹ ਤੇ ਉਹ ਵੀ ਜਿਨ੍ਹਾਂ ਦੇ ਤਹਿਤ ਇਹਨਾਂ ਦੇ ਇਹ ਸਾਰੀਆਂ ਪਾਲਿਸੀਆਂ ਨੂੰ ਲਾਗੂ ਕਰਨਾ ਚਾਹੁੰਦੇ, ਭਾਵੇਂ ਅਡਾਨੀ ਅੰਬਾਨੀ ਹੋਵੇ, ਭਾਵੇਂ ਇੰਟਰਨੈਸ਼ਨਲ ਫਾਈਨੈਂਸ਼ੀਅਲ ਏਜੰਸੀਜ਼ ਹੋਣ, ਉਹ ਵੀ ਇਸ ਗੱਲ ਤੋਂ ਚਿੰਤਤ ਆ ਕਿ ਜੇ ਇਸ ਤਰ੍ਹਾਂ ਹੀ ਬਗਾਵਤ ਰਹੀ ਤੇ ਫਿਰ ਇਹ ਨਾ ਰਹੂਗਾ ਬਾਂਸ, ਨਾ ਰਹੂਗੀ ਬੰਸਰੀ, ਇਹ ਸਰਕਾਰ ਰਹਿਣੀ ਨਹੀਂ ਬਹੁਤੀ ਦੇਰ। ਇਸ ਚਿੰਤਾ ਉਹਨਾਂ ਨੂੰ ਖਾਣ ਲੱਗੀ ਆ। ਅਸੀਂ ਤੇ ਇਹੀ ਚਾਹਾਂਗੇ ਕਿ ਜੇ ਉਹ MSP C2 ਤੇ ਮਿਲ ਜਾਏ, ਦੇਖੋ ਉਹ ਬਹੁਤ ਜ਼ਰੂਰੀ ਆ। ਘੱਟੋ ਘੱਟ ਇਹ ਲੋਕ ਜਿਹੜੇ ਵੱਡੀ ਗਿਣਤੀ 'ਚ 85-86% ਖੁਦ ਤੋਂ ਮਰਜ਼ੀ ਕਹਿ ਰਹੇ ਆ ਕਿ ਉਹ ਹੈਗੇ ਆ,
ਉਹ ਉਹਨਾਂ ਦਾ ਬਚਾਅ ਕਾਫੀ ਹੋ ਸਕਦਾ। C2 ਦਾ ਮਤਲਬ ਮੈਂ ਇੰਨਾ ਕੁ ਦੱਸ ਦਿਆਂ, ਵੈਸੇ ਬਹੁਤ ਸਾਰੇ ਸਾਡੇ ਜਿਹੜੇ ਵਿਊਅਰਸ ਆ ਉਹਨਾਂ ਨੂੰ ਪਤਾ ਆ। ਉਹਦਾ ਮਤਲਬ ਇਹ ਹੈ ਕਿ ਜਿੰਨੀ ਲਾਗਤ, ਜਿਸ ਤਰ੍ਹਾਂ ਰੇਹ ਦਾ, ਬੀਜਾਂ ਦਾ ਖਰਚਾ, ਜਿਹੜਾ ਪੱਲਿਓਂ ਖਰਚਾ, ਡੀਜ਼ਲ ਦਾ, ਟਰੈਕਟਰ ਦਾ, ਵਹਾਈ ਦਾ, ਟੋਟਲ ਖਰਚਾ ਕਰਦੇ ਆ। ਇੱਕ ਖਰਚਾ ਉਹ ਆ, ਉਹਨੂੰ A2 ਖਰਚਾ ਕਹਿੰਦੇ ਆ। ਦੂਸਰਾ FL ਹੁੰਦਾ। FL ਦਾ ਮਤਲਬ ਇਹ ਹੈਗਾ, ਜਿਹੜਾ ਸਵਾਮੀਨਾਥਨ ਨੇ ਲਿਖਿਆ, ਫੈਮਿਲੀ ਲੇਬਰ। ਫੈਮਿਲੀ ਲੇਬਰ ਦਾ ਵੀ ਜੇ ਮੇਰੀ ਪਰਿਵਾਰ ਨੇ ਉੱਥੇ ਕੰਮ ਕੀਤਾ, ਉਹਦੀ ਇੰਪਿਊਟਡ ਵੈਲਿਊ ਨਿਕਾਲ ਕੇ ਉਹ ਵੀ ਵਿੱਚ ਜੋੜੀ ਜਾਂਦੀ ਹੈ ਖਰਚੇ ਦੇ। ਤੀਜਾ ਹੈਗਾ ਕਿ ਮੈਂ ਜ਼ਮੀਨ ਮੇਰੇ ਕੋਲ ਹੈ ਨਹੀਂ, ਮੈਂ ਤੇ ਬੇਰੁਜ਼ਗਾਰ ਹਾਂ ਦਲਿਤਾਂ ਵਾਂਗੂ, ਤੇ ਕਿਰਾਏ ਤੇ ਠੇਕੇ ਤੇ ਲੈ ਕੇ ਕੰਮ ਕਰ ਰਿਹਾ, ਉਹ ਜਿਹੜਾ 40-50 ਹਜ਼ਾਰ ਠੇਕਾ ਉਹ ਵੀ ਜੋੜ ਕੇ ਉਹਨੂੰ ਟੋਟਲ ਕਾਸਟ ਬਣਾਇਆ ਜਾਂਦਾ। ਤੇ ਉਹਦੇ ਤੇ ਜੇ 50% ਉੱਪਰ ਮਿਲੇ ਤਾਂ ਜਾ ਕੇ ਕਿਸਾਨ ਜਿਹੜਾ ਉੱਥੇ ਬਚ ਸਕਦਾ, ਪਿੰਡਾਂ ਦੇ ਵਿੱਚ ਆਪਣਾ ਹੈਂਡ ਟੂ ਮਾਊਥ, ਆਪਣਾ ਜੀਵਨ ਨੂੰ ਉੱਥੇ ਚਲਾ ਸਕਦਾ। ਨਹੀਂ ਤੇ ਉਹਨੂੰ ਬਾਹਰ ਨਿਕਲਣਾ ਪਊ, ਖੇਤੀ ਚੋਂ ਬਾਹਰ ਆ ਜੂ। ਨਹੀਂ ਤੇ ਜੇ ਨਹੀਂ ਵੀ ਆਇਆ ਤੇ ਕਰਜ਼ਿਆਂ ਦੀ ਪੰਡ ਇੰਨੀ ਭਾਰੀ ਹੋ ਜੂਗੀ ਕਿ ਉਹਨੂੰ ਉੱਥੇ ਬਚਣਾ ਔਖਾ ਹੋ ਜਾਊਗਾ। ਉਹ ਕਰਜ਼ੇ ਦੇ ਦਬਾਅ ਥੱਲੇ ਹੀ ਆ ਕੇ ਖਤਮ ਹੋ ਜਾਊਗਾ, ਉਹ ਭਾਰ ਦੇ ਥੱਲੇ ਆ ਕੇ ਖਤਮ ਹੋ ਜੂ। ਇਹ ਸਾਰਾ C2 ਦਾ ਹੈਗਾ। ਜੇ ਇਹ ਗੱਲ ਵੀ ਉੱਥੇ ਅਗਲੀ ਮੀਟਿੰਗ ਦੇ ਵਿੱਚ ਕੋਈ ਤੈਅ ਇਸ ਪੱਧਰ ਤੇ ਹੋ ਜਾਏ ਤੇ ਮੈਨੂੰ ਲੱਗਦਾ ਇਹ ਛੋਟੀ ਅਚੀਵਮੈਂਟ ਨਹੀਂ। ਤੇ ਨਾਲੇ ਉਸ ਨੂੰ ਜਦੋਂ ਰਾਈਟ ਬਣਾ ਦੇਣਗੇ ਤਾਂ ਇਹਦਾ ਮਤਲਬ ਕਿ ਜਿਹੜਾ ਬੰਦਾ ਉਸ ਨੂੰ ਨਹੀਂ ਦਊਗਾ, ਭਾਵੇਂ ਪ੍ਰਾਈਵੇਟ ਹੋਵੇ ਭਾਵੇਂ ਸਰਕਾਰ ਹੋਵੇ, ਉਹਨੂੰ ਪੀਨੇਲਾਈਜ਼ ਕੀਤਾ ਜਾਊਗਾ, ਜੇਲ੍ਹ 'ਚ ਸੁੱਟਿਆ ਜਾਊਗਾ ਤੇ ਜੁਰਮਾਨਾ ਵੀ ਕੀਤਾ ਜਾਊਗਾ। ਜਿਵੇਂ ਪਰਾਲੀ ਸਾੜਨ ਦਾ ਕਰੋੜ ਰੁਪਇਆ ਜੁਰਮਾਨਾ ਸੀ, ਕਰੋੜ ਰੁਪਇਆ ਜੁਰਮਾਨਾ ਉਹਦੇ ਲਈ ਵੀ ਰੱਖ ਦੇਣ। ਪਰ 3 ਕਾਨੂੰਨ ਨਾਲੋਂ ਨਾਲ ਕਿਸਾਨ ਜਿਹੜੇ ਆ ਉਹ ਕਹਿੰਦੇ ਕਿ ਸਾਡੀ ਉਹ ਪਹਿਲੀ ਸ਼ਰਤ ਆ, ਉਹਦੇ ਤੇ ਵੀ ਗੱਲਬਾਤ ਚੱਲਦੀ ਰਹਿਣੀ ਚਾਹੀਦੀ। ਹਾਂਜੀ ਰੋਮਨ ਜੀ। ਪ੍ਰੋਫੈਸਰ ਸਾਹਿਬ, ਖਬਰਾਂ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ, ਪਰ ਇੱਥੇ ਰੁਕ ਰਹੇ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਤੁਸੀਂ ਬਣੇ ਰਹੋ ਸਾਡੇ ਨਾਲ ਚੰਡੀਗੜ੍ਹ ਟਾਈਮ TV ਤੇ। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ। ਪ੍ਰੋਫੈਸਰ ਸਾਹਿਬ, ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ IMF ਦਾ ਬਿਆਨ ਜੋ ਆਇਆ ਕਿ ਭਾਰਤ ਦੇ ਨਵੇਂ ਖੇਤੀ ਕਾਨੂੰਨ ਖੇਤੀ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਅਹਿਮ ਨੇ। ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਕਿਸਾਨਾਂ ਦੀ ਸਮਾਜਿਕ ਸੁਰੱਖਿਆ ਵੱਲ ਵੀ ਧਿਆਨ ਦਿੱਤਾ ਜਾਏ। ਹਾਂ, ਮੈਂ ਉਹ ਗੱਲ ਅੱਗੇ ਕਹਿ ਦਿੱਤੀ ਹੈ ਰੋਮਨ, ਤੇ ਉਹ ਇਹੀ ਗੱਲ ਬਿਲਕੁਲ ਠੀਕ ਹੈ ਕਿ ਉਹਨਾਂ ਨੂੰ ਵੀ ਇਸ ਗੱਲ ਦੀ ਚਿੰਤਾ ਤੇ ਜ਼ਰੂਰ ਹੈਗੀ ਹੈ ਕਿ ਜੇ ਇਸ ਦਾ ਇਸ ਤਰ੍ਹਾਂ ਖਲਾਰਾ ਪਿਆ ਰਿਹਾ ਜਿਵੇਂ ਹੁਣ ਪੈ ਗਿਆ, ਵਾਕਿਆ ਹੀ ਇੰਨੇ ਵੱਡੇ ਲਾਰਜ ਸਕੇਲ ਤੇ ਲੋਕ ਡਿਸਪਲੇਸ ਹੋ ਜਾਣਗੇ ਪਿੰਡਾਂ ਤੋਂ, ਪਿੰਡਾਂ ਦੇ ਪਿੰਡ ਤਬਾਹ ਹੋ ਜਾਣਗੇ, ਤਾਂ ਫਿਰ ਕਿੱਥੇ ਲੈ ਕੇ ਜਾਓਗੇ? ਉਹ ਤੇ ਇੱਕ ਕ੍ਰਾਈਸਿਸ, ਨਵਾਂ ਰਾਜਨੀਤਿਕ ਸੰਕਟ ਖੜਾ ਹੋ ਜੂ। ਤੇ ਸ਼ਾਂਤੀ ਰਹਿਣੀ ਤੇ ਸਮਾਜ ਦੇ ਵਿੱਚ ਜ਼ਰੂਰੀ ਹੈ। ਉਹਨਾਂ ਦਾ ਕਾਰਨ ਇਹੀ ਹੈ ਵੀ ਮਤਲਬ ਉਹ ਕਹਿੰਦੇ ਕਾਨੂੰਨ ਤੇ ਜਿਹੜੇ ਲਿਆਂਦੇ ਬਹੁਤ ਸੋਹਣੇ, ਬੜੇ ਇਨਕਲਾਬੀ ਆ, ਪਰ ਇਸ ਨੂੰ ਇਸ ਢੰਗ ਨਾਲ ਲਿਆਓ ਕਿ ਲੋਕ ਬਗਾਵਤ ਨਾ ਕਰਨ। ਰੋਮਨ ਜੀ। ਪ੍ਰੋਫੈਸਰ ਸਾਹਿਬ, ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਜਗ੍ਹਾ ਜਗ੍ਹਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕੱਲ੍ਹ ਦੇਸ਼ ਭਰ ਵਿੱਚ ਰਾਜ ਭਵਨ ਘੇਰੇ ਗਏ ਨੇ। ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀ ਕਦਰ ਨਹੀਂ, ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ। ਠੀਕ ਹੈ, ਜੋ ਮਰਜ਼ੀ ਬਿਆਨ ਦੇਈ ਜਾਣ। ਜੇ ਇਹੀ ਸਵਾਮੀਨਾਥਨ ਇਹਨਾਂ ਨੇ ਉਹ ਕਮਿਸ਼ਨ ਬਣਾਇਆ ਸੀ, ਜੇ ਉਹਨਾਂ ਨੂੰ ਲਾਗੂ ਕਰ ਦਿੰਦੇ, ਉਦੋਂ ਹੀ ਰਿਪੋਰਟ ਨੂੰ ਲਾਗੂ ਕੀਤਾ ਹੁੰਦਾ, ਤੇ ਸ਼ਾਇਦ ਇੰਨੇ ਸਿਆਪੇ ਖੜੇ ਹੀ ਨਹੀਂ ਹੁੰਦੇ। ਤੇ ਕਾਂਗਰਸ ਜਿੰਨਾ ਮਰਜ਼ੀ ਆਪਣੇ ਆਪ ਨੂੰ ਹੁਣ ਕਿਸਾਨ ਹੇਤੂ, ਲੋਕ ਹੇਤੂ ਦੱਸਣ ਦੀ ਕੋਸ਼ਿਸ਼ ਕਰਨ, ਪਰ ਜੋ ਇਹਨਾਂ ਦਾ ਬੇਸਿਕ ਨੀਤੀ ਰਹੀ ਹੈ ਜਾਂ ਜੋ ਇਹਨਾਂ ਦੇ ਪ੍ਰੋਗਰਾਮ ਰਹੇ ਆ, ਉਹ ਕੋਈ BJP ਦੀ ਤਰਜ਼ ਤੇ ਹੀ ਰਹੇ ਆ। ਉਹਦਾ ਹੁਣ ਸਾਰੇ ਦੇਸ਼ ਭੁਗਤ ਰਿਹਾ, ਕਿਸਾਨ ਵੀ ਭੁਗਤ ਰਿਹਾ। ਹੁਣ ਇਹ ਗਵਰਨਰਾਂ ਕੋਲ ਜਾ ਕੇ ਕੱਲ ਇਹਨਾਂ ਨੇ ਘਿਰਾਓ ਕੀਤਾ, ਚੰਗਾ ਕੀਤਾ। ਵਿਰੋਧੀ ਪਾਰਟੀ ਆ, ਕਰਨਾ ਵੀ ਚਾਹੀਦਾ ਆ, ਪਰ ਇਹ ਜਿਹੜੀ ਸਾਰੀ ਚੀਜ਼ ਨੂੰ ਇੱਧਰ ਨੂੰ ਤੋਰਨ ਵਾਲਾ, ਉਹਦੇ ਵਿੱਚ ਡਾਕਟਰ ਮਨਮੋਹਨ ਸਿੰਘ, ਮਨਟੇਕ ਸਿੰਘ ਆਹਲੂਵਾਲੀਆ ਜਿਹੜੇ ਉਹਨਾਂ ਦੇ ਰਾਈਟ ਹੈਂਡ ਆ, ਤੇ ਪੁਰਾਣੀ ਕਾਂਗਰਸ ਦੀ ਲੀਡਰਸ਼ਿਪ ਉਹ ਸ਼ਾਮਲ ਰਹੀ ਹੈ। ਇਹ ਦੁੱਖ ਨਾ ਕਹਿਣਾ ਪੈਂਦਾ, ਪਰ ਹੁਣ ਉਹ ਜ਼ਰੂਰ, ਕਿਉਂਕਿ ਇੱਕ ਵੱਡੀ ਪੁਰਾਣੀ ਪਾਰਟੀ ਆ, ਉਹਨਾਂ ਨੂੰ ਲੱਗਦਾ ਕਿ ਸਾਨੂੰ ਸੱਤਾ ਜਿਹੜੀ ਆ ਵਾਪਸ ਆਉਣੀ ਚਾਹੀਦੀ ਕਿਸੇ ਨਾ ਕਿਸੇ ਰੂਪ 'ਚ। ਤਰਲੋ ਮੱਛੀ ਹੋਏ ਆ। ਦੂਸਰੀ ਟਰਮ ਮੋਦੀ ਜੀ ਦੀ ਚੱਲ ਰਹੀ ਆ, ਉਹ ਤੀਸਰੀ ਦੇ ਵਿੱਚ ਉਹਦੇ ਲਈ ਤਿਆਰੀਆਂ ਕਰ ਰਹੇ। ਤੇ ਇਸ ਕਰਕੇ ਉਹਨਾਂ ਨੇ ਵੀ ਕਿਸਾਨਾਂ ਦੇ ਨਾਲ ਖੜੇ ਹੋਣ ਦਾ ਕੱਲ ਆਪਣੀ ਵੱਲੋਂ ਗੁਹਾਰ ਲਾਈ ਹੈ, ਦੱਸਿਆ ਹੈ, ਤੇ ਔਰ ਗਵਰਨਰਾਂ ਨੂੰ ਘਿਰਾਓ ਕੀਤਾ। ਚੰਡੀਗੜ੍ਹ ਦੇ ਵਿੱਚ ਵੀ ਉਹ ਕਾਫੀ ਵੱਡੀ ਗਿਣਤੀ ਵਿੱਚ ਗਏ ਦੇਖਣ ਨੂੰ। ਅੱਜ ਫੋਟੋਆਂ ਵਗੈਰਾ ਆਈਆਂ ਆ ਕਿ ਕਿਵੇਂ ਉੱਥੇ ਪਾਣੀ ਦੀਆਂ ਵਿਛਾੜਾਂ ਹੋ ਰਹੀਆਂ ਆ, ਔਰ ਉਹਨਾਂ ਨੂੰ ਕਾਫੀ ਉੱਥੇ 500 ਮੀਟਰ ਦੇ ਉੱਤੇ ਹੀ ਰੋਕ ਲਿਆ ਗਿਆ। ਇਹ ਸਾਰੇ ਦੇਸ਼ ਦੇ ਬਾਕੀ ਸੂਬਿਆਂ, ਹਿਮਾਚਲ, UP, ਹੋਰਨਾਂ ਸੂਬਿਆਂ ਦੇ ਵਿੱਚ ਵੀ ਉਹਨਾਂ ਦੀ ਇੱਕ ਟੋਟਲ ਕਾਲ ਸੀ। ਔਰ ਬਿੱਟੂ ਹੁਣੀ ਉੱਥੇ ਬੈਠੇ ਸੀਗੇ ਜਿਹੜੇ ਕਾਫੀ 40 ਦਿਨ ਹੋ ਗਏ। ਵੈਸੇ ਉਹਨਾਂ ਤੇ ਕਾਫੀ ਇਸ ਗੱਲ ਦੀ ਹਿੰਮਤ ਦਿਖਾਈ ਆ ਉਹਨਾਂ MPਆਂ ਨੇ। ਜੋ ਵੀ ਕਹੋ, ਹੋਰ ਕਈ ਹਰ ਪਾਰਟੀ 'ਚ ਹਰ ਕਿਸਮ ਦੀ ਕਮਜ਼ੋਰੀ ਹੁੰਦੀ, ਪਰ 40 ਦਿਨ ਧਰਨੇ ਤੇ ਬੈਠਣਾ ਆਪਣੇ ਆਪ 'ਚ ਇੱਕ ਅਚੀਵਮੈਂਟ ਤੇ ਹੈਗੀ ਆ।
ਤੇ ਔਜਲਾ ਵੀ ਸੀਗੇ ਉੱਥੇ ਔਰ ਹੋਰ ਵੀ ਸੀਗੇ, ਜ਼ੀਰਾ ਵੀ ਉੱਥੇ ਹੀ ਸੀਗੇ MP ਸਾਹਿਬ। ਤੇ ਇਹਨਾਂ ਨੂੰ ਕੱਲ ਫਿਰ ਜਦੋਂ ਉਹਨਾਂ ਨੂੰ ਮਿਲਣ ਗਏ ਆ ਉਹਨਾਂ ਦੇ ਲੀਡਰ ਸਾਹਿਬਾਨ ਰਾਹੁਲ ਗਾਂਧੀ, ਤਾਂ ਉਹਨਾਂ ਨੂੰ ਫੜ ਲਿਆ ਗਿਆ, ਥੋੜ੍ਹਾ ਜਿਹਾ ਦੇਰ ਥਾਣੇ 'ਚ ਰੱਖ ਕੇ ਸ਼ਾਮ ਨੂੰ 6 ਵਜੇ ਛੱਡ ਦਿੱਤਾ। ਵੈਸੇ ਮੇਰਾ ਇਹਦਾ ਮਤਲਬ ਉਹ ਅੱਜ ਫਿਰ ਉੱਥੇ ਜੰਤਰ ਮੰਤਰ ਤੇ ਆਪਣਾ ਡੇਰਾ ਜਮਾਉਣਗੇ ਰੋਮਨ ਜੀ। ਪ੍ਰੋਫੈਸਰ ਸਾਹਿਬ, ਨਵਜੋਤ ਸਿੰਘ ਸਿੱਧੂ ਨੇ ਕੱਲ ਪਟਿਆਲਾ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਅਡਾਨੀ ਅੰਬਾਨੀ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ ਕੇਂਦਰ। ਇਹ ਬਿਲਕੁਲ ਠੀਕ ਹੈ। ਮੇਰਾ ਖਿਆਲ ਵਿੱਚ ਇਹਨਾਂ ਦੀ ਬੀਨ ਵੀ ਵੱਜਣੀ ਚਾਹੀਦੀ ਆ। ਲੋਕਾਂ ਨੇ ਇਹ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਉੱਥੇ ਨਾਲ ਕਿਉਂ ਨਹੀਂ ਗਏ, ਉੱਧਰ ਕਿਉਂ ਨਹੀਂ ਗਏ ਜਿੱਥੇ ਗਵਰਨਰ ਦਾ ਹੋ ਰਿਹਾ। ਤੁਸੀਂ ਵੀ ਤਾਂ ਕਾਂਗਰਸ ਦੇ MLA ਹੈਗੇ ਨੇ, ਜੇ ਮਿਨਿਸਟਰ ਨਹੀਂ ਵੀ ਤੇ ਕੋਈ ਉਹਨਾਂ ਨੇ ਸਾਰੀਆਂ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਸ਼ਾਇਦ ਹੋ ਸਕਦਾ ਅਗਲੀ ਕਿਸੇ ਹੋਰ ਉਮੀਦ ਦੀ ਇੰਤਜ਼ਾਰ ਦੇ ਵਿੱਚ ਹੋਣ, ਇਸ ਕਰਕੇ ਉਹਨਾਂ ਨੇ ਕਿਹਾ ਇਹ ਕੰਟਰੋਵਰਸੀ ਛੱਡੋ। ਪਰ ਜੋ ਕੱਲ ਬਿਆਨ ਦਿੱਤੇ ਉਹ ਕਾਫੀ ਇਹਨੇ ਵੀ ਇਨਕਲਾਬੀ ਬਿਆਨ ਸੀ, ਜਿਸ ਤਰੀਕੇ ਨਾਲ ਉਹ ਬਿਆਨ ਕਰਦੇ ਹੀ ਹੈ। ਤੇ ਉਹਨਾਂ ਨੇ ਬਿਲਕੁਲ ਤੁਸੀਂ ਠੀਕ ਕਿਹਾ ਕਿ ਅਡਾਨੀ ਅੰਬਾਨੀ ਨੂੰ ਦੇਸ਼ ਵੇਚਣ ਵੱਲ ਚੱਲ ਰਿਹਾ, ਤੇ ਜੇ ਇੰਜ ਚੱਲਦਾ ਰਿਹਾ ਸਭ ਤੋਂ ਪਹਿਲਾਂ ਪੰਜਾਬ ਅਫੈਕਟ ਹੋਊਗਾ, ਬਾਕੀ ਸਾਰਾ ਦੇਸ਼ ਵੀ ਇਸ ਗੱਲ ਤੋਂ ਵੱਡੇ ਪੱਧਰ ਤੇ ਅਫੈਕਟ ਹੋਣ ਵਾਲਾ। ਮੇਰਾ ਖਿਆਲ ਉਹਨਾਂ ਦੀ ਇਸ ਕਿਸਮ ਦੀ ਬਿਆਨਬਾਜ਼ੀ ਪ੍ਰੈਸ ਕਾਨਫਰੰਸ ਕਰਕੇ ਕਰਨੀ, ਉਸ ਦਾ ਸਾਨੂੰ ਸਾਰਿਆਂ ਨੂੰ ਸਹਾਰਾ ਹੀ ਮਿਲਦਾ ਰੋਮਨ ਜੀ। ਪ੍ਰੋਫੈਸਰ ਸਾਹਿਬ, ਭਾਜਪਾ ਆਗੂਆਂ ਦਾ ਜਗ੍ਹਾ ਜਗ੍ਹਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੱਲ ਅੰਮ੍ਰਿਤਸਰ ਪਹੁੰਚੇ ਸ਼ਵੇਤ ਮਲਿਕ ਦਾ ਘੇਰਾਓ ਕੀਤਾ ਗਿਆ ਕਿਸਾਨਾਂ ਵੱਲੋਂ, ਜਿੱਥੇ ਉਹ ਕੱਲ ਜਿਮ ਦਾ ਉਦਘਾਟਨ ਕਰਨ ਪਹੁੰਚੇ ਸਨ। ਦੇਖੋ, ਇਹ ਇੱਕ ਸਮਝ ਨਹੀਂ ਪੈ ਰਹੀ ਕਿ ਕਿਉਂ ਨਹੀਂ ਮੋਦੀ ਜੀ ਸਮਝਦੇ ਕਿ ਉਹ ਆਪਣੇ ਲੀਡਰਾਂ ਨੂੰ, ਆਪਣੀ ਪਾਰਟੀ ਦੇ ਕਾਡਰ ਨੂੰ ਪਿਆਰ ਨਹੀਂ ਕਰਦੇ, ਉਹਨਾਂ ਦਾ ਸਤਿਕਾਰ ਨਹੀਂ ਕਰਦੇ। ਜੇ ਕਰਦੇ ਆ ਤੇ ਦੇਖੋ ਤੇ ਸਹੀ ਉਹਨਾਂ ਦੀ ਇੱਥੇ ਪੰਜਾਬ ਦੇ ਵਿੱਚ ਕਿੰਨੀ ਗਤ ਹੋ ਰਹੀ ਹੈ। ਬੜੀ ਬੁਰੀ ਗੱਲ ਆ ਕਿ ਉਹ ਜਗ੍ਹਾ ਜਗ੍ਹਾ ਉਹਨਾਂ ਨੂੰ ਕਿੰਨੀ ਦੇਰ ਹੋ ਗਈ, ਮਹੀਨੇ 2 ਹੋ ਗਏ ਕਿ ਉਹਨਾਂ ਨੂੰ ਉਹਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ। ਘਰਾਂ ਅੱਗੇ ਸ਼ਵੇਤ ਮਲਿਕ ਦੇ ਵੀ ਉੱਥੇ ਡੇਰੇ ਲੱਗੇ ਹੋਏ ਆ। ਕੱਲ ਉਹ ਕਿਤੇ ਓਪਨ ਜਿਮ ਦਾ ਇਨੈਗੂਰੇਸ਼ਨ ਅੰਮ੍ਰਿਤਸਰ ਕਰਨ ਗਏ ਸੀਗੇ ਤੇ ਉੱਥੇ ਪਹੁੰਚ ਗਏ ਜਿਹੜੇ ਗੁੱਸੇ ਭਰੇ ਜਿਹੜੇ ਲੀਡਰ, ਉਹਨਾਂ ਨੇ ਮੁਜ਼ਾਹਰਾ ਕੀਤਾ, ਦਿਖਾਇਆ, ਫਿਰ ਉਹਨਾਂ ਨੂੰ ਵਾਪਸ ਜਾਣਾ ਪਿਆ। ਉਹਨਾਂ ਨੇ ਜਿਹੜੀ ਉੱਥੇ ਪਲੇਟ ਲਾਉਣੀ ਸੀ, ਜਿਹੜੀ ਉੱਥੇ ਉਹਨਾਂ ਦੇ ਸ਼ੁਭ ਹੱਥਾਂ ਦੇ ਨਾਲ ਉੱਥੇ ਸੁਸ਼ੋਭਿਤ ਹੋਣੀ ਸੀ ਆਉਣ ਵਾਲੇ ਸਮੇਂ ਸਾਰੀ ਉਮਰ ਲੋਕ ਸ਼ਵੇਤ ਮਲਿਕ ਜੀ ਨੂੰ ਯਾਦ ਰੱਖਣੇ, ਉਹ ਪਲੇਟ ਲਾਉਣੀ ਸੀਗੀ, ਉਹਨਾਂ ਨੇ ਉਹਦੇ ਤੇ ਕਾਲਖ ਮਲਤੀ। ਕਾਲਖ ਤੇ ਜਾਣੀ ਪਲੇਟ ਤੇ ਕੀ ਮਲੀ, ਇਹ ਉਸ ਕਿਸਮ ਦੀ ਰਾਜਨੀਤੀ ਦੇ ਮੂੰਹ ਤੇ ਕਾਲਖ ਹੁੰਦੀ ਹੈ। ਜਿਸ ਕਿਸਮ ਦੀ ਇਹ ਰਾਜਨੀਤੀ ਚੱਲ ਰਹੀ ਹੈ ਉਹਦੇ ਮੂੰਹ ਤੇ ਕਾਲਖ ਹੈ। ਉਹ ਤੇ ਇੱਕ ਸਿੰਬੋਲਿਕ ਉਸ ਪਲੇਟ ਦੇ ਉੱਤੇ ਜਿੱਥੇ ਪੱਥਰ ਜਿਹੜਾ ਨੀਂਹ ਪੱਥਰ ਰੱਖਣਾ ਸੀਗਾ, ਉਸ ਨੂੰ ਜਾਂ ਉਦਘਾਟਨ ਦੀ ਪਲੇਟ ਜੋ ਵੀ ਸੀ ਉਹਨਾਂ ਨੇ ਉਹ ਕਰ ਦਿੱਤਾ। ਫਿਰ ਬਾਅਦ 'ਚ ਚੋਰੀ ਜੇ ਆ ਕੇ ਉਹ ਉੱਥੇ ਉਹਨੂੰ ਇਨੈਗੂਰੇਟ ਕਰ ਵੀ ਗਏ, ਪੁਲਿਸ ਨੂੰ ਜ਼ਿਆਦਾ ਲਿਆ ਕੇ, ਤੇ ਸਾਫ਼ ਸੂਫ ਵੀ ਕਰਤੀ ਹੋਊਗੀ, ਕਾਲਖ ਵੀ ਸਾਫ਼ ਕਰ ਦਿੱਤੀ। ਤਾਂ ਇਸੇ ਤਰੀਕੇ ਨਾਲ ਹੀ ਬਠਿੰਡੇ ਦੇ ਵਿੱਚ ਵੀ ਇੱਕ ਅਗਰਵਾਲ ਧਰਮਸ਼ਾਲਾ ਸੀਗਾ, ਉੱਥੇ ਇਹਨਾਂ ਦੇ ਕੋਈ ਪੰਜਾਬ ਦੇ ਲੀਡਰ BJP ਦੇ ਕੋਈ ਮੀਟਿੰਗ ਕਰਨ ਆਏ, ਪਾਰਟੀ ਦੀ ਮੀਟਿੰਗ ਕਰਨ ਆਏ। ਇਹਨਾਂ ਨੂੰ ਭਿਣਕ ਪੈ ਗਈ, ਇਹ ਸਾਰੇ ਭੂੰਡਾਂ ਵਾਂਗੂ ਇਕੱਠੇ ਹੋ ਗਏ। ਖੱਖਰ ਹੀ ਹੈ ਜਿਸ ਤਰ੍ਹਾਂ, ਯਾਨੀ ਕੁਦਰਤੀ ਆ ਗੁੱਸਾ ਜਦੋਂ ਹੋਵੇ ਤੇ ਭੂੰਡਾਂ ਜਿੰਨਾ ਹੀ ਗੁੱਸਾ ਵੀ ਆਉਂਦਾ, ਡੰਗ ਵੀ ਤਕੜਾ ਮਾਰਦੇ। ਉੱਥੇ ਗਏ, ਇਹਨਾਂ ਨੇ ਘੇਰ ਲਿਆ, ਉਹ ਬਾਹਰ ਆਏ ਮੀਟਿੰਗ ਕਰਾ ਕੇ ਜਿਹੜੇ ਲੀਡਰ ਸਾਹਿਬਾਨ ਸੀਗੇ। ਤਾਂ ਇਹਨਾਂ ਨੇ ਦੁਬਾਰਾ ਕਿਹਾ ਤੁਸੀਂ ਹੁਣ ਅਗਰਵਾਲ ਧਰਮਸ਼ਾਲਾ 'ਚ ਹੀ ਆਰਾਮ ਕਰੋ, ਅਸੀਂ ਆਪਣਾ ਗੁੱਸਾ ਜਦੋਂ ਸਾਡਾ ਠੰਡਾ ਹੋ ਜਾਊਗਾ ਫਿਰ ਨਿਕਲ ਕੇ ਚਲੇ ਜਾਓ। ਇਸ ਕਿਸਮ ਦਾ ਇਹ ਇੱਕ ਚੰਗੀ ਗੱਲ ਇਹ ਹੈ ਕਿ ਕੋਈ ਵਾਇਲੈਂਸ ਨਹੀਂ ਹੁੰਦੀ, ਪ੍ਰੋਟੈਸਟ ਜ਼ਰੂਰ ਆ, ਹਾਲਾਂਕਿ ਬੜੇ ਦਬਾਅ ਵਾਲੇ ਪ੍ਰੋਟੈਸਟ ਆ। BJP ਵੱਲੋਂ ਵੀ ਇਸ ਕਿਸਮ ਦਾ ਮੈਨੂੰ ਲੱਗਦਾ ਅੱਗਿਓਂ ਕੋਈ ਕਿਸੇ ਕਿਸਮ ਦੀ ਵਾਇਲੈਂਸ ਵਾਲਾ ਐਟੀਟਿਊਡ ਨਹੀਂ ਹੈ। ਚੰਗਾ ਹੈ, ਚੱਲੀ ਜਾ ਰਿਹਾ ਅਜੇ ਤੱਕ। ਪਰ ਜਦੋਂ ਇਹ ਲਗਾਤਾਰ ਕੋਈ ਚੀਜ਼ ਚੱਲੀ ਜਾਂਦੀ ਹੈ ਤੇ ਕਈ ਵਾਰੀ ਉਸ ਦੀ ਟੈਂਪਰੇਚਰ ਜਿਹੜਾ ਤਾਪਮਾਨ ਇਸ ਕਿਸਮ ਦੀ ਵਿਰੋਧਤਾਈਆਂ ਦਾ ਵੱਧ ਜਾਂਦਾ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਕਿਸਮ ਦੀ ਅਮਨ ਸ਼ਾਂਤੀ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਖਰਾਬ ਹੋਏ। ਪਰ ਮੋਦੀ ਜੀ ਜਦ ਤੱਕ ਉਹ ਉੱਠਦੇ ਨਹੀਂ ਕੁੰਭ ਕਰਨ ਦੀ ਨੀਂਦ ਤੋਂ, ਢੋਲ ਢਾਲ ਵਜਾ ਕੇ ਉਹਨਾਂ ਨੂੰ ਜਗਾਉਣਾ ਚਾਹੀਦਾ। ਜੇ ਜਾਗਣਗੇ ਤੇ ਇਹ ਕੋਈ ਫੈਸਲਾ ਹੋਊਗਾ। ਰੋਮਨ ਜੀ। ਪ੍ਰੋਫੈਸਰ ਸਾਹਿਬ, ਭਾਜਪਾ ਨੂੰ ਜਿੱਥੇ ਲਗਾਤਾਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ, ਉਧਰ ਅੰਦਰੋਂ ਅੰਦਰ ਬਗਾਵਤੀ ਸੁਰਾਂ ਵੀ ਨਜ਼ਰ ਆ ਰਹੀਆਂ ਨੇ। ਹੁਣ ਭਾਜਪਾ ਦੇ 10 ਆਗੂ ਜਿਹੜੇ ਨੇ ਉਹ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਨੇ। ਹਾਂ, ਇਹ ਕਿਰਦੇ ਹੀ ਰਹਿਣੇ ਆ। ਤੁਹਾਨੂੰ ਪਤਾ ਸਭ ਤੋਂ ਪਹਿਲਾਂ ਮਲਵਿੰਦਰ ਕੰਗ ਇਹਨਾਂ ਦਾ ਸਪੋਕਸਮੈਨ ਸੀਗਾ, ਉਹ ਬਾਹਰ ਆ ਗਏ ਸੀਗੇ। ਉਹ ਤੇ ਬਹੁਤ ਹੀ ਅਰਲੀ ਸਟੇਜ ਤੇ ਆ ਗਏ ਸੀ। ਹੋਰ ਵੀ ਫਰੀਦਕੋਟ ਦਾ ਪ੍ਰਧਾਨ ਜ਼ਿਲ੍ਹੇ ਦਾ ਉਹ ਛੱਡ ਕੇ ਚਲਾ ਗਿਆ। ਹੁਣ ਬਠਿੰਡੇ 'ਚ 10 ਲੀਡਰ ਛੱਡ ਕੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਪੱਲਾ ਫੜ ਲਿਆ। ਤੇ ਇਹ ਵੈਸੇ ਤੇ ਉਂਝ ਚੱਲਦੀ ਰਹਿੰਦੀ ਹੈ ਇਸ ਕਿਸਮ ਦੀ, ਇੱਕ ਗੱਡੀ ਛੱਡੀ ਦੂਜੀ ਫੜ ਲਈ, ਪੋਲੀਟੀਕਲ ਲੋਕਾਂ ਦਾ ਚੱਲਦਾ ਰਹਿੰਦਾ।
ਤੇ ਪਰ ਇੱਕ ਗੱਲ ਦਾ ਇਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੋਊਗੀ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਸਾਡੇ ਬਗੈਰ ਫਿਰ ਇੱਥੇ ਰਹਿ ਕੇ ਦੇਖ ਲੈਣ। ਖਾਸ ਕਰ ਜਿੰਨੀ ਰੂਰਲ ਏਰੀਏ 'ਚ ਪੇਂਡੂ ਖੇਤਰਾਂ ਦੇ ਵਿੱਚ ਬਗਾਵਤ ਆ, ਪਹਿਲਾਂ ਇਹ ਗਏ ਇਸ ਕਰਕੇ ਸੀਗੇ। ਦੇਖੋ ਤੁਸੀਂ ਰੀਜਨਲ ਘੱਟ ਗਿਣਤੀ ਇੱਕ ਹੈਗੀ ਆ, ਮੈਂ ਕੋਈ ਉਸ ਫੁੱਟ ਵਾਲੀ ਗੱਲ ਨਹੀਂ ਕਹਿ ਰਿਹਾ, ਘੱਟ ਗਿਣਤੀ ਦੇ ਉੱਤੇ ਇੱਕ ਆਪਣੀ ਕਿਸਮ ਦਾ ਬਹੁ ਗਿਣਤੀ ਦਾ ਲਗਾਤਾਰ ਦਬਾਅ। ਇਹ ਬੀਜੇਪੀ 'ਚ ਪਤਾ ਨਹੀਂ ਕੀ ਛੁਣਛਣੇ ਲੈਣ ਗਏ ਸੀਗੇ, ਮੈਨੂੰ ਸਮਝ ਨਹੀਂ ਆਉਂਦੀ ਕਿਉਂ ਜਾਣਾ ਚਾਹੀਦਾ ਸੀਗਾ। ਤੁਸੀਂ ਆਪਣਾ ਤੁਹਾਡਾ ਜੇ ਇਤਿਹਾਸ ਉਹਨਾਂ ਗੌਰਵਮਈ ਨਾ ਹੋਵੇ, ਉਹਨਾਂ ਮਾਨਵਵਾਦੀ ਨਾ ਹੋਵੇ, ਉਹਨਾਂ ਪ੍ਰੋਗਰੈਸਿਵ ਤੇ ਫਾਰਵਰਡ ਲੁਕਿੰਗ ਨਾ ਹੋਵੇ ਤੇ ਤੁਸੀਂ ਜਾਓ, ਬਿਲਕੁਲ ਠੀਕ ਹੈ, ਬਦਲ ਜਾਣਾ, ਭਾਵੇਂ ਧਰਮ ਬਦਲੋ, ਭਾਵੇਂ ਤੁਸੀਂ ਜਗ੍ਹਾ ਬਦਲ ਲਓ, ਦੇਸ਼ ਬਦਲ ਲਓ, ਕੋਈ ਗੱਲ ਨਹੀਂ। ਪਰ ਜੇ ਤੁਹਾਨੂੰ ਦੇਖ ਕੇ ਸਾਰੀ ਦੁਨੀਆ ਆਸ਼ਸ਼ ਕਰਦੀ ਆ, ਦੇਖ ਕੇ ਹੈਰਾਨ ਹੁੰਦੀ ਆ, ਖੁਸ਼ ਹੁੰਦੀ ਆ ਕਿ ਇਹੋ ਜਿਹੇ ਲੋਕ ਵੀ ਬਚੇ ਹੋਏ ਆ, ਤੁਸੀਂ ਉਹਦੀ ਧਿਆਨ ਦੇਣ ਦੀ ਜਗ੍ਹਾ ਇੱਧਰ ਉੱਧਰ ਭੱਜੇ ਫਿਰੋਗੇ ਹੋਰ ਹੀ ਜਗ੍ਹਾ, ਤੇ ਫਿਰ ਵਾਪਸੀ ਤੇ ਘਰ ਆਉਣਾ ਹੀ ਪੈਣਾ। ਤੇ ਮੈਨੂੰ ਤੇ ਲੱਗਦਾ ਇਹ ਕਿਤੇ ਕਿਸੇ ਵੇਲੇ ਇਹੋ ਜਿਹੀਆਂ ਰੀਜਨਲ ਪਾਰਟੀਆਂ 'ਚ ਹੀ ਹੋਣੇ ਆ, ਹੁਣ ਉਸੇ 'ਚ ਹੀ ਦੁਬਾਰਾ ਘਰ ਵਾਪਸੀ ਹੋ ਗਈ। ਇਸ ਗੱਲ ਦੀ ਸਭ ਤੋਂ ਵੱਧ ਖੁਸ਼ੀ ਤੇ ਅਕਾਲੀ ਦਲ ਨੂੰ ਹੋਊਗੀ। ਹਾਂਜੀ ਰੋਮਨ ਜੀ। ਪ੍ਰੋਫੈਸਰ ਸਾਹਿਬ, TRP ਸਕੈਮ ਮਾਮਲਾ, ਅਰਨਬ ਗੋਸਵਾਮੀ ਨਾਲ ਜੁੜਿਆ ਮਾਮਲਾ, ਕੀ ਇਹ ਸਾਰਾ ਮਾਮਲਾ? ਦੇਖੋ ਇਹ ਰੋਮਨ ਇਹ ਬੜੀ ਪਹਿਲਾਂ ਵੀ ਤੁਹਾਨੂੰ ਪਤਾ ਇਸ ਗੱਲ ਦੀ ਚਰਚਾ ਹੋਈ ਸੀਗੀ ਕਿ TRP ਦਾ ਸਕੈਂਡਲ ਹੈਗਾ, ਉਹਦੇ ਵਿੱਚ ਅਰਨਬ ਗੋਸਵਾਮੀ ਦੇ ਉੱਤੇ ਕੇਸ ਵਗੈਰਾ ਬਣੇ ਹੋਏ ਆ। ਹੁਣ ਜੋ ਇੱਕ ਹੋਇਆ ਕਿ ਸਭ ਤੋਂ ਵੱਧ ਕੇ WhatsApp ਦੀ ਜਿਹੜੀ ਕਨਵਰਜ਼ੇਸ਼ਨ ਸੀਗੀ, ਜਿਹੜੀ ਬਾਕ ਜਿਹਨੂੰ ਕਹਿੰਦੇ BARC, ਉਹਦੇ CEO BARC ਜਿਹੜੀ TRP ਨੂੰ ਜਿਹੜਾ ਦੇਖਦੇ ਆ ਕਿ ਕੌਣ ਕਿੰਨਾ ਘਰਾਂ 'ਚ ਦੇਖ ਰਿਹਾ, ਉਸ ਸੰਸਥਾ ਨੂੰ ਬਾਕ ਕਹਿੰਦੇ ਆ, ਤੇ ਉਹਦਾ CEO, ਉਸ ਦੇ ਨਾਲ ਜਿਹੜੀ ਕਨਵਰਜ਼ੇਸ਼ਨ ਅਰਨਬ ਗੋਸਵਾਮੀ ਦੀ ਹੋਈ ਉਹ ਫੜੀ ਗਈ, ਕਿਸੇ ਤਰੀਕੇ ਨਾਲ ਕਿਸੇ ਨੇ ਕੱਢ ਲਈ ਹੋਣੀ ਆ, ਜਾਂ WhatsApp ਦੀ ਕਾਰਪੋਰੇਸ਼ਨ ਤੋਂ ਖਰੀਦ ਲਈ ਹੋਣੀ ਆ। ਉਹਦੇ 500 ਪੇਜ ਦੀ ਇੱਕ ਐਡੀਸ਼ਨਲ FIR ਦੇ ਨਾਲ ਪਹਿਲੀ ਨਾਲ ਜੋੜ ਕੇ ਬੰਬੇ ਪੁਲਿਸ ਨੇ ਉੱਥੇ ਦਿੱਤੀ ਆ। ਉਹ ਇੱਕ ਬੜੀ ਇੰਟਰਸਟਿੰਗ ਗੱਲ ਆ। ਤੇ ਉਹ ਪ੍ਰਸ਼ਾਂਤ ਭੂਸ਼ਣ ਨੇ ਜਦੋਂ ਉਹਨੂੰ ਪੜ੍ਹਿਆ ਸਾਰਾ, ਉਹਨਾਂ ਨੇ ਇਹ ਦੇਖਿਆ ਕਿ ਇਹ ਤੇ ਰਾਡੀਆ ਟੇਪਸ ਨਾਲੋਂ ਵੀ ਜ਼ਬਰਦਸਤ ਹੇਰਾ ਫੇਰੀ, ਪ੍ਰਧਾਨ ਮੰਤਰੀ ਦੇ ਤੱਕ ਪ੍ਰਭਾਵ ਕਰਕੇ, ਤੇ ਪ੍ਰਧਾਨ ਮੰਤਰੀ ਵੀ ਉਹਨਾਂ ਦੇ ਨਾਲ ਸ਼ਾਮਲ ਹੋ ਕੇ। ਇਹ ਕੋਈ ਮੀਡੀਆ ਆ? ਇਹ ਕਿਹੋ ਜਿਹਾ ਮਤਲਬ ਚੱਲ ਰਿਹਾ? ਇਹ ਬਹੁਤ ਮਾੜੀ ਗੱਲ ਹੈ, ਬੜੀ ਅਫਸੋਸ ਵਾਲੀ ਗੱਲ ਹੈ। ਇਹ ਜਿਹੜੀਆਂ ਟੇਪ ਸਾਹਮਣੇ ਆਈਆਂ, ਇਹ ਸਾਰੇ ਦਾ ਸਾਰਾ ਭਾਂਡਾ ਫੋੜ ਦਿੰਦੀਆਂ ਆ ਕਿ ਕਿਵੇਂ ਸਰਕਾਰ ਮੀਡੀਆ ਨੂੰ ਕੰਟਰੋਲ ਕਰ ਰਹੀ ਆ, ਕਿਵੇਂ ਝੂਠ ਦੇ ਨਾਂ ਦੇ ਉੱਤੇ ਇਸ ਵਾਰ ਕਿਸਾਨ ਅੰਦੋਲਨ ਵਿੱਚ ਕਈ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਨੇ, ਜਿਨ੍ਹਾਂ ਵਿੱਚ ਗੋਦੀ ਮੀਡੀਆ ਦੀ ਗੱਲ ਵੀ ਸਾਹਮਣੇ ਆਈ ਸੀ। ਨੈਸ਼ਨਲ TV ਦਾ ਵੱਡੇ ਤੌਰ ਤੇ ਬਹਿਸ਼ਕਾਰ ਕੀਤਾ ਗਿਆ ਇਸ ਅੰਦੋਲਨ ਵਿੱਚ। ਹਾਂ ਬਿਲਕੁਲ, ਇਹ ਤੇ ਲਗਾਤਾਰ ਹੈਗੀ ਆ। ਕੁਛ ਤੇ ਕਾਰਪੋਰੇਟਾਂ ਨੇ ਮੀਡੀਆ ਖੁਦ ਹੀ ਆਪ ਹੀ ਇਨਵੈਸਟ ਕਰ ਦਿੱਤਾ, ਆਪ ਹੀ ਉਹ ਸਿੱਧਾ ਕੰਟਰੋਲ ਕਰ ਲਿਆ। ਉਹ ਇੱਕ ਵੱਡਾ ਸੈਕਸ਼ਨ ਹੈਗਾ ਜਿਹੜੇ ਕਿ ਆਪਣੇ ਢੰਗ ਨਾਲ ਹੁਣ ਚੱਲ ਰਹੇ ਆ ਜਾਂ ਚਲਾ ਰਹੇ ਆ। ਕੁਛ ਜਿਹੜੀਆਂ ਇੰਨੀ ਜ਼ਿਆਦਾ ਮਤਲਬ ਪ੍ਰੋਟੈਕਸ਼ਨ, ਫਿਰ ਏਜੰਸੀਆਂ, ਫਿਰ ਸਿਸਟਮ ਕੀ ਹੋਇਆ? ਤੇ ਸਿਸਟਮ ਤੇ ਫੇਲ ਹੀ ਹੋਇਆ। ਜੇ ਤੁਹਾਡੀਆਂ ਕੋਰਟਾਂ ਫੇਲ ਆ, ਤੁਹਾਡਾ ਮੀਡੀਆ ਦੀਆਂ ਰੈਗੂਲੇਟਰੀ ਸਿਸਟਮ ਜਿਹੜਾ ਆ TRP, ਜਿਹਦੇ ਨਾਲ ਉਹਨਾਂ ਨੂੰ ਸਾਰੀਆਂ ਐਡਵਰਟਾਈਜ਼ਮੈਂਟ ਮਿਲਦੀਆਂ, ਕਿੰਨੀਆਂ ਵੱਡੀਆਂ ਕਿੰਨੀਆਂ ਛੋਟੀਆਂ, ਕਿਹਨੂੰ ਕਿੰਨੇ ਪੈਸੇ ਦੇਣੇ, ਕਿਹਨੂੰ ਕੀ ਕਰਨਾ, ਉਹ ਸਾਰਾ ਉਹਦੇ ਨਾਲ ਹੀ ਚੱਲਣਾ। ਤੇ ਉਹਦੇ 'ਚ ਵੀ ਤੁਸੀਂ ਹੇਰਾ ਫੇਰੀ ਆ। ਮੈਂ ਤੇ ਇੱਕ ਇਹਦੇ 'ਚੋਂ ਨਵੀਂ ਗੱਲ ਇਹ ਲੱਭੀ ਹੈ ਜਿਹੜੀ ਸਵੇਰ ਦੀ ਮੈਨੂੰ ਲੱਗ ਰਹੀ ਹੈ ਕਿ ਜਦ ਤੱਕ ਅਸੀਂ EVM ਮਸ਼ੀਨਾਂ ਨੂੰ ਇਲੈਕਸ਼ਨ ਦੇ ਵਿੱਚ ਵਰਤਣਾ ਬੰਦ ਨਹੀਂ ਕਰਾਉਂਦੇ, ਇੱਥੇ ਦੇਸ਼ ਦੀ ਸੱਤਾ ਬਦਲ ਨਹੀਂ ਸਕਦੀ। ਜੇ ਤੁਸੀਂ ਇਹ ਬਾਕਸ ਜਿਹੜੇ ਆ ਉਹਨੂੰ ਟੈਂਪਰ ਕਰ ਸਕਦੇ ਆ, ਜਾਂ ਉਸ ਨੂੰ ਸਾਰਾ ਕਰਕੇ ਤੇ ਆਪਾਂ ਗਲਤ TRP ਦੱਸ ਸਕਦੇ ਹੈ, ਤੇ ਇਹ ਵੀ ਡਿਜੀਟਲ ਕੰਮ ਹੀ, ਉਹ ਵੀ ਜਿਹੜੀਆਂ ਮਸ਼ੀਨਾਂ ਸਿਰਫ ਉਹਦੇ 'ਚ ਸੌਫਟਵੇਅਰ ਹੀ ਹੈ। ਤੇ ਇਹ ਬਹੁਤ ਜ਼ਰੂਰੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਦੇਸ਼ ਦੀਆਂ ਘੱਟੋ ਘੱਟ ਪੂਰੇ ਦੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਣ, ਜਨਰਲ ਇਲੈਕਸ਼ਨ, ਉਦੋਂ ਪਹਿਲਾਂ ਇਹ ਜਿਹੜੀਆਂ ਫੱਟੀਆਂ ਜੀਆਂ ਲੈ ਕੇ ਤੁਰੇ ਫਿਰਦੇ ਆ, ਜਿਨ੍ਹਾਂ ਨੂੰ EVM ਕਹਿੰਦੇ ਆ, ਇਹਦਾ ਜ਼ਰੂਰ ਇਹਦੇ ਤੋਂ ਖੁਲਾਸਾ ਪਾਉਣਾ ਚਾਹੀਦਾ। ਇਹ ਬਹੁਤ ਜ਼ਰੂਰੀ ਹੈ। ਹੁਣ ਤੇ ਸਾਨੂੰ ਸਾਫ਼ ਹੋ ਗਿਆ ਕਿ ਕਿਵੇਂ ਹਰ ਚੀਜ਼ ਨੂੰ ਟੈਂਪਰ ਕਰਕੇ ਇਹ ਆਪਣੇ ਮਤਲਬ ਨੂੰ, ਰਾਜਨੀਤਿਕ ਮਤਲਬ ਨੂੰ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਪਾਰਟੀ ਹੱਲ ਕਰ ਰਹੀ ਹੈ। ਰੋਮਨ ਜੀ। ਪ੍ਰੋਫੈਸਰ ਸਾਹਿਬ, ਇਸ ਦਿਨ ਵੇਲਾ ਚੱਲਿਆ ਪ੍ਰੋਗਰਾਮ ਦੀ ਸਮਾਪਤੀ ਵੱਲ, ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਰੋਮਨ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਇਜਾਜ਼ਤ ਦਿਓ। ਧੰਨਵਾਦ।